ਵੈਲਕਮ ਟੂ ਐਪੈਕਸ ਅਕੈਡਮੀ ਬਠਿੰਡਾ। ਤਾਂ ਸਟੂਡੈਂਟਸ ਕੋਈ ਵੀ ਐਗਜ਼ਾਮ ਜਦੋਂ ਦੇਣ ਜਾਂਦੇ ਆ ਤਾਂ ਉਸ ਲਈ ਤਿਆਰੀ ਤਾਂ ਬਹੁਤ ਕਰਕੇ ਜਾਂਦੇ ਆ, ਪਰ ਬਹੁਤ ਸਾਰੇ ਸਟੂਡੈਂਟਸ ਅਸੀਂ ਦੇਖਿਆ ਹੈ ਕਿ ਜਦੋਂ ਦੇ ਕੇ ਆਉਂਦੇ ਆ ਤਾਂ ਉਹਨਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਡਾ ਪੇਪਰ ਵਿੱਚੇ ਛੁੱਟ ਗਿਆ ਹੈ ਨਾ, ਜਲਦਬਾਜ਼ੀ 'ਚ ਅਸੀਂ ਗਲਤ ਕਰ ਗਏ, ਆਂਦੇ ਸੁਣਦੇ ਅਸੀਂ ਇਹ ਆਨਸਰ ਨਹੀਂ ਦੇ ਪਾਏ। ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹਨਾਂ ਸਾਰੇ ਸਟੂਡੈਂਟਸ ਲਈ ਹੈ। ਤਾਂ ਦੇਖੋ ਬੱਚੇ, ਜਦੋਂ ਵੀ ਕੋਈ ਵੀ ਤੁਸੀਂ ਐਗਜ਼ਾਮ ਦੇਣਾ ਹੈ ਨਾ, ਤਾਂ ਸਭ ਤੋਂ ਪਹਿਲੀ ਟ੍ਰਿਕ ਜਾਂ ਪਹਿਲਾਂ, ਕਿਉਂਕਿ ਮੈਂ ਤਾਂ ਤੁਹਾਡੇ ਘਰ ਤੋਂ ਸ਼ੁਰੂ ਹੋ ਜਾਣਾ, ਇਹਦੇ ਵਿੱਚ ਮੈਂ ਸ਼ੁਰੂਆਤ ਤੋਂ ਲੈ ਕੇ ਔਰ ਪੇਪਰ ਜਿਹੜਾ ਆਪਾਂ ਸਬਮਿਟ ਕਰਵਾਉਣਾ ਹੈ ਉਸ ਤੱਕ ਦੀ ਸਾਰੇ ਜਿਹੜੇ ਮੈਂ ਤੁਹਾਨੂੰ ਸਟੈਪਸ ਦੱਸੂਗੀ। ਪਹਿਲਾਂ ਕੀ ਕਰਨਾ ਹੈ ਬੱਚੇ, ਅੱਜ ਹੁਣ ਜਿਵੇਂ ਮੰਨ ਲਓ ਤੁਹਾਡਾ ਪਰਸੋਂ ਪੇਪਰ ਹੈ, ਤੁਸੀਂ ਆਪਣਾ ਇੱਕ ਇਸ ਤਰ੍ਹਾਂ ਦਾ ਪੇਪਰ ਬਣਾਓ ਜਿਸ ਦੇ ਵਿੱਚ ਜਿਹੜੇ ਤੁਹਾਨੂੰ ਟੌਪਿਕ ਨਹੀਂ ਆਉਂਦੇ ਨਾ, ਉਹਨਾਂ ਨੂੰ ਨੋਟ ਕਰ ਲਓ। ਫਸਟ ਆਫ ਆਲ ਜਿਹੜਾ ਆਉਂਦਾ ਉਹਨੂੰ ਦੇਖ ਕੇ ਖੁਸ਼ ਨਾ ਹੋ, ਆਉਂਦਾ ਤਾਂ ਦੈਟਸ ਆਲ, ਬਸ ਜਿਹੜਾ ਨਹੀਂ ਆਉਂਦਾ ਉਹਨੂੰ ਨੋਟ ਕਰ ਲਓ ਆਪਣੇ ਪੇਪਰ ਦੇ ਉੱਤੇ, ਕਿਉਂਕਿ ਅੱਧੀ ਚੀਜ਼ ਤਾਂ ਉਦੋਂ ਹੀ ਯਾਦ ਹੋ ਜਾਂਦੀ ਹੈ ਜਦੋਂ ਅਸੀਂ ਕਹਿੰਦੇ ਵੀ ਸਾਨੂੰ ਉਹ ਚੀਜ਼ ਆਉਂਦੀ ਨਹੀਂ ਹੈ ਨਾ। ਉਹਨੂੰ ਤੁਸੀਂ ਨੋਟ ਕਰ ਲਓ ਪ੍ਰੋਪਰ, ਆਪਣੇ ਉਹ ਨੋਟਸ ਬਣਾਉਣੇ ਸ਼ੁਰੂ ਕਰ ਦਿਓ। ਇੱਕ ਸਟੈਪ ਨੰਬਰ 2, ਤੁਸੀਂ ਆਪਣਾ ਉਹ ਤਿਆਰ ਕਰ ਲਿਆ, ਹੁਣ ਤੁਸੀਂ ਪੜ੍ਹਨਾ ਸ਼ੁਰੂ ਕਰਤਾ। ਓਕੇ, ਜਦੋਂ ਤੁਸੀਂ ਟੈਸਟ ਦੇਣ ਜਾਣਾ ਹੈ ਉਸ ਤੋਂ 1 ਘੰਟਾ ਪਹਿਲਾਂ ਕੁਝ ਨਹੀਂ ਪੜ੍ਹਨਾ, ਲੀਵ ਦੈਟ, ਸਭ ਕੁਝ ਛੱਡ ਦਿਓ। ਮੋਸਟ ਆਫ ਦੀ ਸਟੂਡੈਂਟ ਮੈਂ ਦੇਖਿਆ ਹੈ ਪੇਪਰ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਾਣਾ ਹੋਊਗਾ ਜਾਂ ਆਪਣੇ ਐਗਜ਼ਾਮੀਨੇਸ਼ਨ ਸੈਂਟਰ 'ਤੇ ਬੈਠੇ ਐਵੇਂ ਘੁੰਮ ਕੇ ਐਵੇਂ ਪੜ੍ਹੀ ਜਾਣਗੇ। ਨਹੀਂ, ਬਿਲਕੁਲ ਨਹੀਂ। ਤੁਸੀਂ 1 ਘੰਟਾ ਪਹਿਲੇ ਬਿਲਕੁਲ ਲੀਵ ਕਰ ਦਿਓ ਔਰ ਸ਼ਾਂਤ ਹੋ ਜਾਓ ਬਸ, ਕਿਉਂਕਿ ਹੁੰਦਾ ਕੀ ਹੈ, ਬ੍ਰੇਨ ਦੇ ਵਿੱਚ ਜੋ ਕੁਝ ਵੀ ਪੜਿਆ ਹੈ ਉਹਨੂੰ ਸੈੱਟ ਤਾਂ ਹੋਣ ਦਿਓ ਉਸ ਤੋਂ, ਕਿਉਂਕਿ ਜਾਂਦੀ ਬਾਕੀ ਤੁਹਾਡੇ ਸਾਰੇ ਵਿਚਾਰਾਂ ਦੀ ਉਥਲ ਪੁਥਲ ਜਿਹੜੀ ਹੈ ਨਾ, ਉਹ ਤੁਹਾਡੇ ਸਬਜੈਕਟ ਮੈਟਰ ਨੂੰ ਜਿਹੜਾ ਹੈ, ਤੁਹਾਡੇ ਕੌਨਫੀਡੈਂਸ ਨੂੰ ਡਾਊਨ ਕਰ ਦੂਗੀ, ਹੈ ਨਾ। ਨੰਬਰ 2, ਪਹਿਲੇ ਕੀ ਕਰਨਾ, ਪਹਿਲੇ ਤੁਸੀਂ ਆਪਦੇ ਜਿਹੜੇ ਵੀ ਟੌਪਿਕਸ ਤੁਹਾਨੂੰ ਜਿਹੜੇ ਨਹੀਂ ਆਉਂਦੇ ਉਹਨਾਂ ਦੀ ਲਿਸਟ ਬਣਾ ਲਓ, ਉਸ ਤੋਂ ਰਿਲੇਟਡ ਆਪਦੇ ਨੋਟਸ ਬਣਾਉਣਾ ਸ਼ੁਰੂ ਕਰ ਦਿਓ ਅੱਜ ਤੋਂ ਹੀ। ਫਿਰ 1 ਘੰਟਾ ਪਹਿਲੇ ਬਿਲਕੁਲ ਕਿਤਾਬ ਛੱਡ ਦਿਓ, ਕੁਛ ਨਹੀਂ ਕਰਨਾ। ਚਲੋ ਜੀ, ਹੁਣ ਆਪਾਂ ਆ ਗਏ ਐਗਜ਼ਾਮੀਨੇਸ਼ਨ ਹਾਲ 'ਚ। ਐਗਜ਼ਾਮੀਨੇਸ਼ਨ ਹਾਲ 'ਚ ਆਉਂਦੇ ਹੀ ਮੈਂ ਬਹੁਤ ਸਾਰੇ ਸਟੂਡੈਂਟਸ ਨੂੰ ਦੇਖਿਆ ਹੈ, ਪਤਾ ਕੀ ਕਰਦੇ ਆ, ਜਿਵੇਂ ਪੇਪਰ ਆਇਆ ਹੱਥ 'ਚ ਆਇਆ ਫਟਾਫਟ ਪਹਿਲੇ ਕੁਐਸਚਨ ਨੂੰ ਲੱਗਿਆ, ਦੂਜੇ ਨੂੰ ਐਵੇਂ ਫਟਾਫਟ ਲੱਗ ਜਾਂਦੇ। ਨਹੀਂ, ਇਹ ਨਹੀਂ ਕਰਨਾ। ਹੁਣ ਤੁਸੀਂ ਕੀ ਕਰਨਾ ਹੈ, ਆਪਦੇ ਆਪ ਨੂੰ ਬਿਲਕੁਲ ਸੈੱਟ ਕਰਨਾ ਹੈ। ਕਿਵੇਂ ਸੈੱਟ ਕਰਨਾ ਹੈ, ਦੇਖੋ ਉਹ ਮੈਂ ਤੁਹਾਨੂੰ ਦੱਸਣੀ ਹੈ। ਦੇਖੋ ਬੱਚੇ, ਤੁਹਾਡੇ ਕੋਲੋਂ ਕੀ ਹੈ, ਇਹ ਤੁਸੀਂ ਬੈਠ ਗਏ, ਇਹ ਤੁਹਾਡਾ ਕੁਐਸਚਨ ਪੇਪਰ ਹੈ, ਇਹਦੇ 'ਚ ਕੁਐਸਚਨ ਲਿਖੇ ਹੋਏ ਹੈ ਜੀ, ਠੀਕ ਹੈ, ਠੀਕ। ਇਹ ਤੁਹਾਡੀ OMR ਸ਼ੀਟ ਹੈ, ਠੀਕ ਹੈ, ਇਹਦੇ ਬਬਲਸ ਬਣੇ ਹੋਏ ਨੇ, ਠੀਕ ਹੈ। ਆ 4 ਤੁਹਾਡੇ ਬਬਲਸ ਬਣੇ ਹੋਏ ਨੇ, ਸਾਰਿਆਂ ਦੇ 4 ਥੋੜ੍ਹੇ ਬਹੁਤ ਇੱਥੇ। ਹੁਣ ਤੁਸੀਂ ਕੀ ਕਰਨਾ ਹੈ, ਬਿਲਕੁਲ ਐਵੇਂ ਰੱਖ ਲੈਣਾ, ਯਾਨੀ ਕਿ ਇੱਥੇ ਤੁਹਾਡਾ ਖੱਬਾ ਹੱਥ, ਇੱਥੇ ਤੁਹਾਡਾ ਸੱਜਾ ਹੱਥ। ਫਸਟ ਕੁਐਸਚਨ ਦੇਖਿਆ, ਕੁਐਸਚਨ ਪੇਪਰ ਪੜ੍ਹਿਆ, ਹਾਂਜੀ, ਪਹਿਲਾ ਕੁਐਸਚਨ ਪਹਿਲਾਂ ਆਂਦਾ ਹੈ, ਤੁਸੀਂ ਫਟਾਫਟ ਕੀ ਕਰਨਾ ਹੈ, ਇਹਦਾ ਮੰਨ ਲਓ D ਆਨਸਰ ਆ ਗਿਆ, ਠੀਕ ਹੈ, ਤੁਸੀਂ ਪੜ੍ਹਤਾ। ਹੁਣ ਇਹਨੂੰ ਬਲੈਂਕ ਛੱਡ ਦੇਣਾ, ਇਹਦੇ ਵਿੱਚ ਤੁਸੀਂ ਕੀ ਫਾਰਮੂਲਾ ਅਪਣਾਉਣਾ ਹੈ, BRC, ਮਤਲਬ B ਮਤਲਬ ਬ੍ਰੈਕਟ, R ਮਤਲਬ ਰਾਊਂਡ, C ਮਤਲਬ ਕਰੋਸ, यानी कि ਜਿਹੜੇ ਆਂਦੇ ਹੈ ਉਹਨਾਂ ਕੁਐਸਚਨ ਦੇ ਸਾਹਮਣੇ ਬਲੈਂਕ ਰੱਖ ਦੇਣਾ, ਇੱਥੇ ਬਲੈਂਕ ਰੱਖ ਦੇਣਾ। ਇਟ ਮੀਨਸ ਤੁਸੀਂ ਆਂਦਾ ਸੀ ਤੇ ਸਹੀ, ਔਰ ਜਿਹੜਾ ਕੁਐਸਚਨ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਆਂਦਾ ਹੈ, ਤੁਸੀਂ ਉਸ ਦੇ ਵਿੱਚ ਕੀ ਕਰਨਾ, ਬਸ ਉਹਨੂੰ ਆਨਸਰ ਲਗਾ ਦੇਣਾ, ਇੱਥੇ ਕੁਝ ਵੀ ਨਹੀਂ ਲਗਾਉਣਾ। ਇਟ ਇਜ਼ ਸਿੰਪਲ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਤੁਹਾਨੂੰ ਪਹਿਲਾ ਕੁਐਸਚਨ ਆਂਦਾ ਸੀ ਔਰ ਤੁਸੀਂ 100% ਸ਼ੋਰ ਹੋ, ਤੁਸੀਂ ਸਹੀ ਕਰ ਦਿੱਤਾ। ਓਕੇ, ਪਹਿਲਾ ਕੰਮ ਤੁਸੀਂ ਇਹ ਕਰਨਾ ਹੈ ਕਿ ਜਿਹੜਾ ਕੁਐਸਚਨ ਆਂਦਾ ਹੈ ਉਸ ਦਾ ਆਨਸਰ ਦੇ ਕੇ ਔਰ ਬਲੈਂਕ ਛੱਡ ਦੇਣਾ ਇੱਧਰਲੇ ਪਾਸੇ, ਠੀਕ ਹੈ। ਮੰਨ ਲਓ ਦੂਜਾ ਕੁਐਸਚਨ ਹੈ, ਦੂਜਾ ਕੁਐਸਚਨ ਪੜ੍ਹਿਆ, ਦੂਜਾ ਕੁਐਸਚਨ ਦਾ ਆਨਸਰ ਜੀ ਮੰਨ ਲਓ ਤੁਸੀਂ ਜਿਹੜਾ ਹੈ ਉਹਦੇ ਵਿੱਚ ਕੀ ਹੋਇਆ ਕਿ ਤੁਹਾਨੂੰ ਥੋੜ੍ਹਾ ਜਿਹਾ ਕਨਫਿਊਜ਼ਨ ਹੈਗਾ ਵੀ A ਆਊਗਾ ਕਿ B ਆਊਗਾ ਕਿ C ਆਊਗਾ ਕਿ D ਆਊਗਾ। ਤੁਸੀਂ ਕੀ ਕੀਤਾ, ਉਹਨੂੰ ਰਾਊਂਡ ਲਗਾਤਾ, ਠੀਕ ਹੈ ਜੀ। ਹੁਣ C ਜਿਹੜਾ ਸੀਗਾ, ਹੁਣ C ਕੁਐਸਚਨ ਜਿਹੜਾ ਤੀਜਾ ਕੁਐਸਚਨ ਸੀ, ਤੀਜਾ ਕੁਐਸਚਨ ਮੰਨ ਲਓ ਤੁਹਾਨੂੰ ਆਂਦਾ ਸੀ, ਠੀਕ ਹੈ, ਤੀਜੇ ਦਾ ਆਨਸਰ ਫਟਾਫਟ ਤੁਸੀਂ A ਲਗਾ ਦਿੱਤਾ, ਚਲੋ ਜੀ A ਆਉਂਦਾ, ਦੈਟਸ ਆਲ। ਹੁਣ ਕੀ ਕਰਨਾ ਹੈ, ਤੀਜਾ ਤੁਸੀਂ ਨਹੀਂ ਲਗਾਇਆ, ਚੌਥਾ ਜਿਹੜਾ ਸੀਗਾ, ਚੌਥਾ ਜਿਹੜਾ ਹੈ ਤੁਹਾਨੂੰ ਜਮਾਂ ਹੀ ਨਹੀਂ ਆਂਦਾ। ਹੁਣ ਕੀ ਕਰੀਏ, ਹੁਣ ਤੁਸੀਂ ਕ੍ਰੋਸ ਲਗਾ ਦਿਓ ਇਸ 'ਤੇ, यानी ਤੁਹਾਨੂੰ ਜਮਾ ਹੀ ਨਹੀਂ ਆਉਂਦਾ। ਓਕੇ, ਫਿਰ ਐਸੇ ਤਰ੍ਹਾਂ ਪੰਜਵਾਂ ਕੁਐਸਚਨ ਸੀਗਾ
पंजवां क्वेश्चन है तुहानू आंदा है, चलो जी सी आंसर लगा दिता, जोड़ा भी है बी सी जो भी था सी, एनी हाउ तुसी इनू कुछ नहीं करना। इट मीनस तुहानू समझ आ गई कि तीजा जोड़ा है तुसी कीता है, पंजवां कीता है, छेवां क्वेश्चन जोड़ा है मान लो तुहानू कन्फ्यूजन जा हैगा भी ए है कि बी है कि सी है, चलो इनू भी राउंड लगाता। इस तरह तुहानू फायदा ये होएगा कि जो तुसी देखोगे तुहानू याद आ जाऊगा कि मैं फटाफट फिर तुसी की करना सारे क्वेश्चन कर ले ਜਿਹੜੇ ਆਉਂਦੇ ਆ ਉਹਨੂੰ ਬਲੈਂਕ ਛੱਡਤਾ। ਇਟ ਮੀਨਸ ਤੁਹਾਡੇ ਮੰਨ ਲਓ 100 ਕੁਐਸਚਨ ਸੀ, ਮੰਨ ਲਓ 150 ਕੁਐਸਚਨ ਸੀ, 150 ਕੁਐਸਚਨ ਦੇ ਵਿੱਚੋਂ ਤੁਸੀਂ ਮੰਨ ਲਓ 100 ਕਰਤੇ, 100 ਤਾਂ ਬਲੈਂਕ ਹੀ ਪਏ ਆ, ਹੈ ਨਾ। 20 ਕੁਐਸਚਨ ਜਿਹੜੇ ਹੈ ਉਹ ਤੁਹਾਡੇ ਕਨਫਿਊਜ਼ਨ ਵਾਲੇ ਆ, ਤੁਸੀਂ ਫਟਾਫਟ ਰਾਊਂਡਡ ਨੂੰ ਦੇਖੋਗੇ, ਹੈ ਨਾ। ਰਾਊਂਡਡ ਨੂੰ ਦੇਖੋਗੇ, ਕ੍ਰੋਸ ਵਾਲਿਆਂ ਨੂੰ ਤਾਂ ਦੇਖੋਗੇ ਨਹੀਂ, ਕ੍ਰੋਸ ਤਾਂ ਬਿਲਕੁਲ ਛੱਡ ਤੇ ਆਉਂਦਾ ਹੀ ਨਹੀਂ ਤੁਹਾਨੂੰ, ਹੈ ਨਾ। ਔਰ ਇੱਕ ਗੱਲ ਹੋਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਪੋਰਸ਼ਨ ਤੁਹਾਡਾ ਸਭ ਤੋਂ ਸਟਰੋਂਗ ਹੈਗਾ, ਜਿਹੜਾ ਸਟਰੋਂਗ ਹੈ ਬਸ ਸਭ ਤੋਂ ਪਹਿਲਾਂ ਉਸ ਨੂੰ ਹੀ ਆਪਾਂ ਅਟੈਂਪਟ ਕਰਨਾ। ਇਹ ਨਹੀਂ ਕਿ ਬਸ ਪੇਪਰ ਆਇਆ ਤਾਂ ਪਹਿਲੇ ਕੁਐਸਚਨ ਤੋਂ ਲੱਗੇ, ਨਹੀਂ, ਕਿਉਂਕਿ ਉੱਥੇ ਤੁਸੀਂ ਡੀਮੋਰਲਾਈਜ਼ ਹੋ ਜਾਓਗੇ, ਹੈ ਨਾ। ਕਿਉਂਕਿ ਜੇ ਜਿਹੜਾ ਪੇਪਰ ਤੁਹਾਡਾ ਸਟਰੋਂਗ ਨਹੀਂ ਤੁਸੀਂ ਉਸ ਨੂੰ ਕਰਨ ਬਹਿ ਗਏ, ਦਿੱਕਤ ਆਊਗੀ। ਤਾਂ ਚਲੋ ਹੁਣ ਕੀ ਕਰਨਾ ਹੈ ਕਿ ਕੁਐਸਚਨ ਨੰਬਰ ਜਿਵੇਂ ਪਹਿਲਾ ਮਤਲਬ ਇਸ ਤਰ੍ਹਾਂ ਬਲੈਂਕ, ਰਾਊਂਡ ਤੇ ਕ੍ਰੋਸ ਤਿੰਨ ਤੁਸੀਂ अपना ले। सब तो पहला ਤੁਸੀਂ ਆਪਦੇ ਬਲੈਂਕ ਵਾਲੇ ਦਾ मतलब करते, ਹੁਣ ਰਾਊਂਡ ਵਾਲੇ ਤੇ ਆ ਜਾਓ ਜਿੰਦੇ 'ਚ ਕਨਫਿਊਜ਼ਨ ਸੀ। ਹੁਣ ਕਨਫਿਊਜ਼ਨ ਹੈ A ਹੈ ਕਿ B ਹੈ, C ਹੈ, D ਹੈ, ਉਹਨਾਂ ਨੂੰ ਤੁਸੀਂ ਧਿਆਨ ਨਾਲ ਦੇਖੋ ਕਿਵੇਂ, ਐਲੀਮੀਨੇਸ਼ਨ ਮੈਥਡ ਨਾਲ ਦੇਖ ਲਓ, ਠੀਕ ਹੈ। ਐਲੀਮੀਨੇਸ਼ਨ ਮੈਥਡ ਕੀ ਹੋਇਆ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਜਿਹੜਾ ਹੈ ਨਹੀਂ, ਜਿਹੜਾ ਨਹੀਂ ਹੈ, ਜਿਹੜਾ ਨਹੀਂ ਹੈ ਇਸ ਵਿੱਚੋਂ ਚੋਇਸ ਉਸ ਨੂੰ ਕੱਟੀ ਜਾਓ, ਆਖਿਰ ਤੁਹਾਨੂੰ ਮਿਲ ਜੂਗਾ। ਔਰ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਨਹੀਂ ਮਿਲਦਾ ਤਾਂ ਤੁੱਕਾ ਮਾਰਨ ਦੀ ਫਿਰ ਤੁਸੀਂ ਆਪਦੀ ਸੀਰੀਜ਼ ਨੂੰ ਦੇਖੋ। ਜਿਹੜੀ ਸੀਰੀਜ਼ ਦੇਖੋਗੇ ਨਾ ਉਹਦੇ ਵਿੱਚ ਇਹ ਦੇਖੋਗੇ ਤੁਸੀਂ ਕਿ ਭਈ ਜਿਹੜਾ मतलब तुक्का तो बिल्कुल लास्ट च मारना है तुसी, है ना। जिंदे विच तुसी देखना भी ये सीरीज़ जिहड़ी है ना, ये सीरीज़ बन रही है, हाँ जी इहदा ना ये हुण ये इस तरह बन रहा सीगा, चलो तो इहदे विच तुहानूं एक सीरीज़ जी लगती है लास्ट विच, इस सीरीज़ नूं तुसी देखिया जाए तो चल इत्थे बना दईए, मतलब बहुत सोच समझ के लास्ट च। वैसे तो तुक्का मारन ये तो बिल्कुल लास्ट की गल है ना। पहले तो तुसी एलीमीनेशन मैथड नाल ही देखोगे कि 2 है, जिहड़ा नहीं आंदा उन्होंने कट दिता। इस तरह तुसी बड़े तरीके नाल जिहड़ा है अपना क्वेश्चन पेपर सोल्व कर सकते हो। तो याद रखो की ट्रिक अपनानी है। सब तो पहले तुसी सारे दे पॉइंट तुहानूं जिहड़े नहीं आंदे उन्होंने नोट कर लेना है। 1 घंटा पहले पढ़ना बंद कर देना है। नंबर 3 तुसी जो भी अपनी अपनी OMR शीट ते क्वेश्चन पेपर नूं एग्जैक्ट OMR शीट नूं इधर राइट हैंड च ते लैफ्ट हैंड च क्वेश्चन पेपर नूं रखना है। दैन तुसी BRC फार्मूला अपनाना है, ठीक है। और उनदे विच भी ये याद रखना है कि जिहड़ा टॉपिक तुहाडा सब तो ज़्यादा स्ट्रोंग है उस नूं तुसी अटैम्प्ट करना है। तो एक गल होर अजकल ज़्यादा क्वेश्चन असरशन रीजन वाले और मैथ दा कॉलम वाले आते हैं, और उन्होंने भी तुसी घबराने की लोड़ नहीं है। असरशन रीजन वाले क्वेश्चन जोड़े है उन्होंने बहुत वधिया तरीका है कि उपर एक कथन दिता होंदा है और नीचे रीजन दिता होंदा है, उसनूं समझण लई तुसी बिकॉज लगा के उस पूरे सेंटेंस नूं पढ़ लो, ठीक है। बिकॉज लगा के स्टूडेंट उस सेंटेंस को पढ़ लो। जो तुहानूं लगता है कि सेंटेंस बिल्कुल सही बन रहा है, भी काफ़ी बच्चे फेल हो रहे हैं क्योंकि वो पढ़ते नहीं हैं, तब असरशन उपर दिता है, नीचे रीजन दिता है, विचाले तुसीं की करना है वो रीजन नूं क्योंकि पढ़ो या बिकॉज पढ़ो, उत्थे तुहानूं लाइन जुड़ती हुई दिख जूगी, तुहानूं समझ आ जूगी कि असरशन है और रीजन उहदा है या नहीं है। दूजी ये गल जिहड़े मैथ दा कॉलम वाले आंदे आ उन्हां दे विच भी कदे भी एवें ना सोचा करो कि सारिਆਂ ਨੂੰ मिलाते रहो। फस्ट ऑफ ऑल बस नाल दी नाल तुसीं आपदी ऑब्जरवेशन नूं कीन रखो। उपर दिता है नीचे ABCD इस तरह दिता है, तो उहदे विच देखो कि उन्हां नूं जो सिस्टम दे नाल जिहदे विचों जे बाई द वे एक आंसर भी सही है, मान लो पंजाब दी जिहड़ी कैपीटल है वो चंडीगढ़ है, हुण उहदे विच एक तुहानूं मिल गया तो बाकी दे 4 तो अपने आप ही मिल जाणगे। उहदे विच ABCD दा ध्यान रखदे होए तुसीं कर सकते हो। तो उम्मीद है कि तुसीं इहनूं फॉलो करते हुए एग्जाम नूं प्रॉपरली अटैम्प्ट करोगे। तो बेस्ट ऑफ लक, थैंक यू जी।